सरवरड़ै पहले निवासा पानी पावक तिन है किया। पंकज मोह पग नहीं चलै हम देखा तह डूबियले। मन एक न चेतस मूढ़ मना हर बिसरत तेरे गुण गलिया रहा। नाम जति सती नहीं पढ़िया मूर्ख मुगदा जन्म भया। प्रणवत नानक तिन की शरणा जिन तू नाही विसरिया। हमें अब गुण भरे एक गुण नाही अमृत छाड़ बिखै बिख खाही। माया मोह भरम पै फूले सुखदा रास्यों प्रीत लगाई। कि उत्तम पंथ सुनियो गुर संगत तेह मिलंत जम त्रास मिटाई। इके अरदास पाठ की रत की गुरु रामदास राखो शरणाई। सतनाम श्री वाहिगुरु साहिब जी। धनासरी महला पहला घर पहला चौपदे इक ओंकार सतनाम करता पुरख निर्भव निर्वैर। अकाल मूरत अजूनी सैभं गुर प्रसाद। जियो डरत है अपना कैस्यों करी पुकार। दुख विसारन सेविया सदा सदा दातार। जियो डरत है अपना कैस्यों करी पुकार। दुख विसारन सेविया सदा सदा दातार। साहिब मेरा नीत नमा सदा सदा दातार रहाओ। अन दिन साहिब सेवियै अंत छड़ाए सोए। सुन सुन मेरी कहानी पारे उतारा होए। दयाल तेरे नाम तरा सतगुर बाण जाओ रहाओ। सर्वं साचा एक है दूजा नाही कोई। ताकि सेवा सो करे जाको नद करे। तुद बाज प्यारे केव रहा सावड़ियाई देहे। जित नाम तेरे लाग रहा दूजा नाही कोई। जिस आगे प्यारे जाए कहाँ रहाओ। सेवी साहिब अपना अगर न जांचो कोई। नानक ताका दास है बिंद बिंद चुप चुप होए। साहिब तेरे नाम विटो बिंद बिंद चुप चुप होए रहाओ। नानक ताका दास है बिंद बिंद चुप चुप होए। साहिब तेरे नाम विटो बिंद बिंद चुप चुप होए रहाओ। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। धन वाहिगुरु साहिब जीओ। बलिहारी गुर अपने द्योहाड़ी सदवार। जिन मानस ते देवत किए करत न लागी वार। जे सो चंदा युग वहै सूरज चढ़े हजार। इते चानन होंदिया
ਆਧਾਰ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਜੁਗ ਜੁਗਿਆ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀਓ। ਆਪ ਸਭ ਬੜੇ ਹੀ ਧੰਨਤਾ ਦੇ ਪਾਤਰ ਹੋ, ਜੋ ਕਿ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ। ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼, ਰਹਿਮਤ ਤੇ ਕਿਰਪਾ ਕੀਤੀ ਹੈ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਤ ਸੰਗਤ ਦੀਆਂ ਘੜੀਆਂ ਵਿੱਚ ਹਾਜ਼ਰੀਆਂ ਭਰਨ ਦਾ ਇਹ ਮਹਾਨ ਸਮਾਂ ਅਤੇ ਬਲ ਬੁੱਧ ਮਚਾਓ ਉਤਸ਼ਾਹ ਬਖਸ਼ਿਆ ਹੈ। ਆਪ ਜੀ ਨੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਨ ਕੀਤਾ ਹੈ, ਜੋ ਕਿ ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸੁਰ ਤਾਲ ਦੇ ਮੁਤਾਬਕ ਪਹਿਲੇ ਘਰ ਵਿੱਚ ਚੌਪਦੇ ਦੇ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 660 ਉੱਪਰ ਸੁਭਾਈਮਾਨ ਹੈ। ਤਾਂ ਸ਼ੁਭ ਦੇ ਮੁਤਾਬਕ ਸੀਮਤ ਸਮੇਂ ਦੇ ਵਿੱਚ ਅਸੀਂ ਗੁਰੂ ਸ਼ਬਦ ਦੇ ਵਿਚਾਰ ਕਰਨੀ ਹੈ। ਗੁਰੂ ਸਾਹਿਬ ਨੇ ਕਿਰਪਾ ਕਰਨ ਆਪ ਵਿੱਚ ਵਿਚਰ ਕੇ ਗੁਰੂ ਸ਼ਬਦ ਦੇ ਵਿਚਾਰ ਕਰਵਾ ਲੈ। ਗੁਰੂ ਸ਼ਬਦ ਦੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਝੁਕਾਓ ਸਾਹਿਬਾਂ ਨੂੰ ਸੀਸ, ਦਾਸ ਨੂੰ ਬਖਸ਼ੋ ਅਸੀਸ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਬੜੇ ਹੀ ਅਦਬ ਪਿਆਰ ਸਤਿਕਾਰ ਦੇ ਨਾਲ ਸਾਰੇ ਹੀ ਕਰੋ ਜੀ ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ। ਇਸ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਜਿੱਥੇ ਸ਼ੁਰੂ ਵਿੱਚ ਮੂਲ ਮੰਤਰ ਦਰਜ ਕੀਤਾ ਹੈ, ਮੂਲ ਮੰਤਰ ਲਿਖਿਆ ਹੋਇਆ ਹੈ, ਉੱਥੇ ਨਾਲੋਂ ਨਾਲ ਹੁਕਮਨਾਮਾ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਗੁਰੂ ਸਾਹਿਬ ਨੇ ਜੋ ਗੱਲ ਸਪਸ਼ਟ ਕੀਤੀ ਹੈ, ਸੰਸਾਰ ਵਿੱਚ ਦੁੱਖ ਵਿਆਪਕ ਹੈ। ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਦੁੱਖ ਨਾ ਹੋਵੇ। ਜੇ ਪਰਮਾਤਮਾ ਦਾ ਨਾਮ ਵਿਆਪਕ ਹੈ ਨਾ, ਦੁੱਖ ਵੀ ਵਿਆਪਕ ਹੈ। ਜੇ ਪਰਮਾਤਮਾ ਦਾ ਨਾਮ ਹਰ ਥਾਂ ਤੇ ਹੈ, ਦੁੱਖ ਵੀ ਹਰ ਥਾਂ ਤੇ ਹੈ। ਇਸ ਵਿਆਪਕ ਦੁੱਖ ਤੋਂ ਹਰ ਥਾਂ ਤੇ ਜਿਹਦਾ ਕਬਜ਼ਾ ਹੈ, ਹਰ ਥਾਂ ਤੇ ਦੁੱਖ ਤੋਂ ਬਚਣ ਵਾਸਤੇ ਇੱਕੋ ਹੀ ਹੱਲ ਹੈ, ਪਰਮਾਤਮਾ ਦਾ ਨਾਮ। ਗੁਰੂ ਸਾਹਿਬ ਨੇ ਫਰਮਾਨ ਕੀਤਾ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਕਾਹੋ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇ। ਦੁੱਖ ਤੋਂ ਬਚਣ ਵਾਸਤੇ ਪ੍ਰਭੂ ਦੀ ਸ਼ਰਨ, ਪਰਮਾਤਮਾ ਦੇ ਨਾਮ ਦਾ ਹੋਣਾ ਬੜਾ ਜ਼ਰੂਰੀ ਹੈ। ਜੇ ਪ੍ਰਭੂ ਦੀ ਸ਼ਰਨ ਨਹੀਂ ਹੈ, ਪਰਮਾਤਮਾ ਦਾ ਨਾਮ ਜੀਵਨ ਵਿੱਚ ਨਹੀਂ ਹੈ, ਉੱਥੇ ਦੁੱਖਾਂ ਤੋਂ ਨਹੀਂ ਬਚਿਆ ਜਾ ਸਕਦਾ। ਦੁੱਖਾਂ ਨੇ ਆਪਣਾ ਪ੍ਰਭਾਵ ਪਾਉਣਾ ਹੀ ਪਾਉਣਾ ਹੈ। ਮਨੁੱਖ ਦੁੱਖ ਤੋਂ ਬੜਾ ਡਰਦਾ ਹੈ। ਗੁਰਮਤਿ ਨੇ, ਗੁਰੂ ਨਾਨਕ ਦੇ ਸਿਧਾਂਤ ਨੇ, ਗੁਰਮਤਿ ਦੇ ਮੁਤਾਬਕ ਗੁਰਬਾਣੀ ਦੀ ਵਿਚਾਰਧਾਰਾ ਨੇ ਇਹੀ ਸਿਖਾਇਆ ਹੈ। ਦੁੱਖ ਤੋਂ ਡਰਨਾ ਨਹੀਂ ਹੈ, ਦੁੱਖ ਤੋਂ ਘਬਰਾਉਣਾ ਨਹੀਂ ਹੈ, ਨਾਮ ਦਾ ਆਸਰਾ ਲੈਣਾ ਹੈ, ਪਰਮਾਤਮਾ ਦੀ ਸ਼ਰਨ ਲੈਣੀ ਹੈ, ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਹੈ।
ਉੱਥੇ ਫਿਰ ਉਹੀ ਦੁੱਖ ਸੁੱਖ ਵਿੱਚ ਬਦਲ ਜਾਂਦਾ ਹੈ। ਮਨੁੱਖ ਦੀਆਂ ਨਜ਼ਰਾਂ ਵਿੱਚ ਜੋ ਇਹਦੇ ਅਨੁਕੂਲ ਹੈ ਉਹਨੂੰ ਇਹ ਸੁੱਖ ਮੰਨਦਾ ਹੈ, ਜੋ ਇਹਦੇ ਅਨੁਕੂਲ ਨਹੀਂ ਹੈ, ਪ੍ਰਤੀਕੂਲ ਹੈ, ਉਹਨੂੰ ਦੁੱਖ ਮੰਨਦਾ ਹੈ। ਇਹ ਸੰਸਾਰ ਦੀ ਸੋਚ ਹੈ। ਸੰਸਾਰ ਸੋਚਦਾ ਹੈ ਮੇਰੇ ਮਨ ਦੀ ਮੁਰਾਦ ਪੂਰੀ ਹੋ ਜੇ ਉਹੀ ਮੇਰੇ ਵਾਸਤੇ ਸੁੱਖ ਹੈ। ਜੇ ਕਦੇ ਮਨ ਦੀ ਮੁਰਾਦ ਪੂਰੀ ਨਹੀਂ ਹੁੰਦੀ ਇਹ ਦੁਖੀ ਹੁੰਦਾ ਹੈ, ਉਹੀ ਦੁੱਖ ਬਣ ਜਾਂਦਾ ਹੈ। ਪਰ ਪਾਵਨ ਬਾਣੀ ਨੇ ਜੋ ਫੈਸਲਾ ਦਿੱਤਾ ਹੈ, ਭਗਤ ਕਬੀਰ ਜੀ ਦਾ ਸ਼ਬਦ ਹੈ, ਸੁਖ ਮੰਗਤ ਦੁਖ ਆਗੈ ਆਵੈ, ਸੋ ਸੁਖ ਹਮਹੁ ਨ ਮੰਗਿਆ ਭਾਵੈ। ਭਗਤ ਜੀ ਕਹਿੰਦੇ ਮੈਨੂੰ ਚੰਗਾ ਹੀ ਨਹੀਂ ਲੱਗਦਾ ਐਸਾ ਸੁਖ ਮੰਗਾਂ ਜਿਹੜੇ ਸੁਖ ਦੇ ਮਗਰੋਂ ਦੁੱਖ ਖੜਾ ਹੋਵੇ। ਸੰਸਾਰ ਦਾ ਕੋਈ ਵੀ ਸੁੱਖ ਐਸਾ ਨਹੀਂ ਹੈ ਜਿਹਦੇ ਪਿੱਛੇ ਦੁੱਖ ਨਾ ਹੋਵੇ। ਜੇ ਜਵਾਨੀ ਸੁੱਖ ਹੈ ਨਾ, ਬੁਢੇਪਾ ਦੁੱਖ ਇਹਦੇ ਅੱਗੇ ਖੜਾ ਹੈ, ਉਸ ਤੋਂ ਅੱਗੇ ਮੌਤ ਹੈ। ਭਗਤ ਜੀ ਕਹਿੰਦੇ ਮੈਂ ਇਹੋ ਜਿਹਾ ਸੁੱਖ ਮੰਗਦਾ ਹੀ ਨਹੀਂ ਜਿਹਦੇ ਪਿੱਛੇ ਦੁੱਖ ਖੜਾ ਹੋਵੇ। ਸੰਸਾਰ ਚਲਾਏ ਮਾਨ ਹੈ, ਇੱਥੇ ਸਦਾ ਟਿਕਿਆ ਰਹਿਣ ਵਾਲਾ ਕੁਝ ਵੀ ਨਹੀਂ। ਨਾ ਦਿਨ ਰੁਕਦਾ, ਨਾ ਰਾਤ ਰੁਕਦੀ ਹੈ, ਨਾ ਮੌਸਮ ਰੁਕਦੇ ਹੈ। ਹਰ ਇੱਕ ਚੀਜ਼ ਚੱਲ ਰਹੀ ਹੈ। ਸਾਡਾ ਜੀਵਨ ਜਦੋਂ ਤੋਂ ਜਨਮ ਹੋਇਆ ਹੈ ਇਹ ਵੀ ਪਲ ਪਲ ਕਰਕੇ ਚੱਲ ਰਿਹਾ ਹੈ, ਅੱਗੇ ਵਧ ਰਿਹਾ ਹੈ, ਮੌਤ ਵੱਲ ਵਧ ਰਿਹਾ ਹੈ। ਜਿਸ ਦਿਨ ਤੋਂ ਬੱਚੇ ਦਾ ਜਨਮ ਹੁੰਦਾ ਹੈ ਉਸੇ ਦਿਨ ਤੋਂ ਉਹਦਾ ਜੀਵਨ ਮੌਤ ਵੱਲ ਵਧਣਾ ਸ਼ੁਰੂ ਹੁੰਦਾ ਹੈ। ਉਮਰ ਭਾਵੇਂ ਕਿੰਨੀ ਹੋਵੇ, ਭਾਵੇਂ 100 ਸਾਲ ਵੀ ਕਿਉਂ ਨਾ ਹੋਵੇ, ਜਨਮ ਤੋਂ ਬਾਅਦ ਪਲ ਪਲ ਕਰਕੇ, ਘੰਟੇ ਕਰਕੇ, ਮਿੰਟ ਕਰਕੇ, ਦਿਨ ਕਰਕੇ, ਮਹੀਨੇ ਕਰਕੇ, ਸਾਲ ਕਰਕੇ ਦਿਨ ਘਟਦੇ ਹੀ ਹੈ। ਵੱਧਦੇ ਤਾਂ ਨਹੀਂ ਨਾ, ਸਮਾਂ ਦਿਨ ਰਾਤ ਘਟ ਰਿਹਾ ਹੈ। ਪਲ ਪਲ ਕਰਕੇ ਸਰੀਰ ਬਦਲਦਾ ਹੈ। ਅਸੀਂ ਕਹਿੰਦੇ ਹਾਂ ਫਲਾਣੇ ਦੀ ਮੌਤ ਹੋ ਗਈ, ਉਹ ਤਾਂ ਅਖੀਰਲਾ ਸਵਾਸ ਹੈ। ਮੌਤ ਤਾਂ ਜਨਮ ਤੋਂ ਹੀ ਸ਼ੁਰੂ ਹੋ ਗਈ। ਜਿਸ ਦਿਨ ਜਨਮ ਹੋਇਆ ਉਸੇ ਦਿਨ ਹੀ ਸਮਾਂ ਘਟਣਾ ਸ਼ੁਰੂ ਹੋ ਗਿਆ। ਘਟਦਾ ਘਟਦਾ ਜਦੋਂ ਅਖੀਰਲਾ ਸਵਾਸ ਮਨੁੱਖ ਲੈਂਦਾ ਹੈ ਅਸੀਂ ਇਹਨੂੰ ਮੌਤ ਮੰਨਦੇ ਹਾਂ। ਸੋ ਸੁਖ ਹਮਹੁ ਨ ਮੰਗਿਆ ਭਾਵੈ, ਸੁਖ ਮੰਗਤ ਦੁਖ ਆਗੈ ਆਵੈ। ਭਗਤ ਜੀ ਕਹਿੰਦੇ ਉਹ ਸੁਖ ਮੰਗੀਏ ਕਾਹਤੋਂ? ਉਸ ਸੁਖ ਨੂੰ ਮੰਗਣ ਦੀ ਕੀ ਲੋੜ ਹੈ ਜਿਹਦੇ ਪਿੱਛੇ ਦੁੱਖ ਖੜਾ ਹੈ। ਮਨੁੱਖ ਦੀਆਂ ਨਜ਼ਰਾਂ ਵਿੱਚ ਜਿਹੜੀਆਂ ਚੀਜ਼ਾਂ ਨੂੰ ਇਹ ਸੁੱਖ ਮੰਨਦਾ ਹੈ ਉਹਨਾਂ ਵਿੱਚ ਸੁੱਖ ਹੁੰਦਾ ਨਹੀਂ, ਇਹਦਾ ਭੁਲੇਖਾ ਹੈ। ਮਾਇਆ ਨੇ ਜਾਲ ਐਸਾ ਵਿਛਾਇਆ ਹੋਇਆ ਹੈ, ਮਾਇਆ ਨੇ ਪ੍ਰਭਾਵ ਐਸਾ ਪਾਇਆ ਹੋਇਆ, ਮਨੁੱਖ ਨੂੰ ਸੱਚ ਤਾਂ ਦਿਸਦਾ ਹੀ ਨਹੀਂ, ਸੱਚ ਨੂੰ ਇਹ ਸਮਝਦਾ ਹੀ ਨਹੀਂ, ਸੱਚ ਨੂੰ ਸਮਝਣਾ ਚਾਹੁੰਦਾ ਵੀ ਨਹੀਂ। ਜਿੰਨਾ ਚਿਰ ਅਸਲੀਅਤ ਨਹੀਂ ਨਾ ਪਤਾ ਲੱਗਦੀ, ਜਿੰਨਾ ਚਿਰ ਸੱਚ ਨਹੀਂ ਸਮਝਦਾ, ਉਹਨਾਂ ਚਿਰ ਜਿਹੜੀਆਂ ਚੀਜ਼ਾਂ ਨੂੰ ਇਹ ਸੁੱਖ ਮੰਨਦਾ ਉਹੀ ਇਹਦੇ ਵਾਸਤੇ ਦੁਖਦਾਈ ਹੋ ਜਾਂਦੀ ਹੈ। ਜਿਹੜੇ ਆ ਵੀਰ ਨਸ਼ੇ ਕਰਦੇ ਆ ਇਹ ਸੁੱਖ ਮੰਨਦੇ ਆ ਕਿ ਨਸ਼ਾ ਕਰਕੇ ਸੁੱਖ ਮਿਲਦਾ ਹੈ, ਨਸ਼ਾ ਕਰਕੇ ਮਨ ਵਧੀਆ ਰਹਿੰਦਾ ਹੈ, ਇਹ ਭੁਲੇਖਾ ਹੈ। ਇਹਦੇ ਪਿੱਛੇ ਦੁੱਖ ਕਿੱਡਾ ਖੜਾ ਹੈ ਇਹ ਨਹੀਂ ਜਾਣਦੇ। ਨਸ਼ਾ ਕਰਦੇ ਤਾਂ ਸੁੱਖ ਦੇ ਕਰਕੇ ਹੈ ਕਿ ਜੀਵਨ ਸੁਖੀ ਹੋ ਜਾਵੇ, ਪਰ ਪਿੱਛੇ ਦੁੱਖ ਕਿੱਡਾ ਖੜਾ ਹੈ ਉਮਰ ਭਰ ਦਾ। ਸਾਰੇ ਪਰਿਵਾਰ ਨੂੰ ਦੁਖੀ ਕਰ ਦਿੰਦਾ ਐਸਾ ਮਨੁੱਖ ਜਿਹੜਾ ਨਸ਼ੇ ਵਿੱਚੋਂ ਸੁੱਖ ਲੱਭਦਾ ਹੈ, ਕੋਈ ਸ਼ਰਾਬ ਵਿੱਚੋਂ ਸੁੱਖ ਲੱਭਦਾ ਹੈ, ਕੋਈ ਤੰਬਾਕੂ ਵਿੱਚੋਂ ਸੁੱਖ ਲੱਭਦਾ ਹੈ। ਇਹਨਾਂ ਗੱਲਾਂ ਪਿੱਛੇ ਦੁੱਖ ਕਿੱਡੇ ਵੱਡੇ ਵੱਡੇ ਖੜੇ ਹੈ। ਐਸੇ ਸੁੱਖ ਤੋਂ ਕਰਾਉਣਾ ਵੀ ਕੀ ਹੈ ਜਿਹਦੇ ਪਿੱਛੇ ਦੁੱਖ ਖੜਾ ਹੋਵੇ। ਹਜ਼ੂਰ ਨੇ ਗੱਲ ਸ਼ੁਰੂ ਕੀਤੀ ਮੂਲ ਮੰਤਰ ਤੋਂ, ਇੱਕ ਓੰਕਾਰ ਪਰਮਾਤਮਾ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਸਤਨਾਮ ਉਹਦਾ ਨਾਮ ਸਦਾ ਤੇ ਰਹਿਣ ਵਾਲਾ ਹੈ, ਸਦੀਵੀ ਹੋਣ ਵਾਲਾ ਹੈ। ਜੇ ਪਰਮਾਤਮਾ ਸਦੀਵੀ ਹੋਣ ਵਾਲਾ ਹੈ ਉਹਦਾ ਨਾਮ ਵੀ ਸਦੀਵੀ ਹੋਣ ਵਾਲਾ ਹੈ। ਕਰਤਾ ਉਹ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਜੋ ਕੁਝ ਵੀ ਪੈਦਾ ਹੋ ਰਿਹਾ
सब कुछ का करता वो परमात्मा है, पुरख वो सर्व व्यापक है। जो कुछ उन्हें पैदा किया है ना, ਉਹਦੇ ਵਿੱਚ समाया ਹੋਇਆ है। ये परमात्मा की खासियत है, वो कदे सृष्टि नालों ਵੱਖ नहीं ਹੁੰਦਾ। मनुख अपने हथी बहुत कुछ बनाता है, मनुख भी करता है आपको अपनी किरत के मुताबिक। घुमियार वीर ने घड़े बनाए, घड़े का करता है घुमियार, घड़े के विच नहीं समा सकिया। घड़ा किते होर पिया, घुमियार वीर किते होर है, घड़े बना के बेचदा। उन्हें घड़ा पैदा किया, उसका करता है बनाया है, पर विच नहीं समा सकिया। सुनियार वीर गहणियां का करता है, उन्हें गहने बनाए पर गहणियां विच समा नहीं सकिया। मनुख जो कुछ भी बनाउंदा है उसका करता तो है, पर उहदे विच समा नहीं सकता, हर समय नाल नहीं रह सकता। परमात्मा ऐसा करता है, ऐसा सर्व व्यापक है पुरख, जिहड़ा चीज नूं पैदा करके उहदे तो वखरा नहीं हुंदा, उहदे विच समा जांदा है। पुरख निर्भव, वो निर्भव है, उहनूं किसी दा डर नहीं है, ते जिहड़ा उहदे नाल जुड़ गया डर उहनूं भी नहीं रह जांदा। जिने निर्भव, जिन हर निर्भव ध्याया जी, तिनका पाओ सब गवासी। निर्भव जपै सगल भव मिटे। जिहड़ा निर्भव नूं जपदा है, जपण विच सफल हो रहा कि नहीं, इहदी निशानी है। उहनूं संसार का कोई भव नहीं रह जाएगा, संसार का कोई डर नहीं रह जाएगा। उहदे कोल एक डर होएगा सिर्फ अदब परमात्मा दा, गुरु दा। जिहड़ा जीवन गुरु के डर अदब दे विच आ गया, परमात्मा के अदब दे विच आ गया, उन्होंने संसार का कोई डर डरा नहीं सकता, किसी डर तो घबराउंदा नहीं है। निर्भव निर्वैर, परमात्मा निर्वैर है। जिहड़े उहदे नाल जुड़ जाते हैं उन्हां दा जीवन भी निर्वैर हो जाता है। निर्वैर कहना बड़ा सौखा है, निर्वैर होना एक प्राप्ति है। गुरमत ने, गुरबाणी ने, गुरु नानक के दर ने निर्वैर होना सिखाया है। वैर भावना जीवन में कदे नहीं होनी चाहिए। रबी अवतार आए, पीर पैगंबर आए, उन्होंने कदे भी किसी नाल वैर नहीं रखे। महात्मा बुद्ध के जीवन में विसाखी आती है, एक मनुख उन्होंने तो बड़ी नफरत करता सी। एक दिन महात्मा बुद्ध बैठे कथा व्याख्यान कर रहे थे, उन्हें उन्होंने मुंह ते आके लगे। महात्मा बुद्ध ने कुछ नहीं किया, कथा व्याख्यान करते रहे, अखीर में चले गए। बाद में जो कर पिया कि मैं तो गलती हो गई, मैं माफी मंगा। अगले दिन महात्मा बुद्ध दूसरी जगह चले गए, उन्हें भाल की, उथे गया। उथे जाके महात्मा बुद्ध को कहन लगा, कल मैं तो गलती बहुत बड़ी हो गई, क्रोध ही इन्ना आ गया, पता नहीं क्यों मैं तो ये पाप हो गया, मैं तुहाडे कोलों माफी मंगन आया। महात्मा बुद्ध जी कहने लगे, कदों? असीं तां कल ही भुला दिता, असीं तां याद ही नहीं रखिया, तू साडे उत्ते झुके है, जां सानू नफरत कीती है, जां साडे नाल वैर रखे है, सानू कुछ नहीं पता। किड्डा वड्डा जिगर है, उत्थे ही छड्ड आए। कई बारी मनुख किसी की कही हुई गल भी भुलाउंदा नहीं है, वैर की गंढ बन लैंदा है। वैर जिहड़ा मनुख रखदा है वो कदे सुखी नहीं हो सकता। वैर अंदरों कलपाएगा, अंदरों तड़फाएगा, अंदरों बेचैन करेगा, अंदरों अंदरी धुखेगा। जिहड़ा मनुख वैर रखदा है, एक ऐसी नामराद बीमारी है, जिहड़े मनुख दे पल्ले पै गई उन्होंने कदे सुखी नहीं होने देंदी। ताई गुरु साहिब ने सिखाया, अवतारा ने, पीर पैगंबरां ने, कि जीवन में वैर नहीं रखना। जिस स्थान पर आप जी बैठे हो, भाई कन्हैया जी, उन्होंने जीवन पढ़ो, किन्ने निर्वैर है। दुश्मन तलवार लैके मारन वास्ते आउंदा है, उन्हां कोल मशक पानी वाली है,
ਇਹ ਨਹੀਂ ਕਹਿੰਦੇ ਫਲਾਣਾ ਮੇਰਾ ਦੁਸ਼ਮਣ ਹੈ, ਇਹਨੂੰ ਮੈਂ ਪਾਣੀ ਕਿਉਂ ਪਿਲਾਵਾਂ। ਅੰਦਰ ਵੈਰ ਨਹੀਂ ਹੈ ਨਾ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਰ ਰੱਖਣਾ ਸਿਖਾਇਆ ਹੀ ਨਹੀਂ। ਸਾਡੇ ਵਰਗਿਆਂ ਨੇ ਸ਼ਿਕਾਇਤ ਕੀਤੀ, ਗੁਰੂ ਸਾਹਿਬ ਤਾਂ ਜਾਣੀ ਜਾਣ ਹੈ। ਗੁਰੂ ਸਾਹਿਬ ਨੇ ਜਦੋਂ ਬੁਲਾਇਆ ਕਹਿੰਦੇ ਸੱਚੇ ਪਾਤਸ਼ਾਹ ਮੈਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਆ ਰਿਹਾ, ਮੈਨੂੰ ਸਾਰੇ ਤੁਹਾਡਾ ਹੀ ਰੂਪ ਦਿਸਦੇ ਹੈ। ਗੁਰੂ ਸਾਹਿਬ ਨੇ ਮੱਲ ਦੀ ਡੱਬੀ ਤੇ ਪੱਟੀਆਂ ਵੀ ਦਿੱਤੀਆਂ, ਕੱਲਾ ਪਾਣੀ ਨਹੀਂ ਪਿਆਉਣਾ, ਪੱਟੀ ਵੀ ਕਰਨੀ ਹੈ, ਮੱਲਮ ਵੀ ਲਾਉਣੀ ਹੈ। ਇਹ ਨਹੀਂ ਵੇਖਣਾ ਇਹ ਦੁਸ਼ਮਣ ਹੈ, ਇਹ ਸਾਨੂੰ ਮਾਰਨ ਆਇਆ, ਸਾਡੇ ਤੇ ਚੜ ਕੇ ਆਇਆ ਨਾ। ਜਿਹੜਾ ਵੀ ਫੱਟੜ ਹੈ ਉਹਦੀ ਮੱਲਮ ਪੱਟੀ ਵੀ ਕਰਨੀ ਹੈ, ਉਹਨੂੰ ਪਾਣੀ ਵੀ ਪਿਲਾਉਣਾ। ਕਿੱਡੀ ਨਿਰਵੈਰਤਾ ਹੈ। ਘਰ ਪਰਿਵਾਰਾਂ ਵਿੱਚ ਮਾੜੀ ਮਾੜੀ ਗੱਲ ਦਾ ਵੈਰ ਰੱਖਣਾ ਇੱਕ ਬੇਸਮਝੀ ਹੈ, ਇੱਕ ਨਾ ਸਮਝੀ ਹੈ। ਜਿਹੜਾ ਮਨੁੱਖ ਵੈਰ ਰੱਖਦਾ ਹੈ ਉਹ ਕਦੇ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਸਕਦਾ। ਇੱਕ ਪਾਸੇ ਮਨੁੱਖ ਗੁਰੂ ਦੇ ਦਰ ਤੋਂ ਸੁੱਖ ਮੰਗਦਾ ਹੈ, ਦੂਜੇ ਪਾਸੇ ਵੈਰ ਰੱਖਦਾ ਹੈ। ਜਿਹੜੇ ਜੀਵਨ ਵਿੱਚ ਵੈਰ ਹੈ ਨਾ ਉਹ ਜੀਵਨ ਕਦੇ ਸੁਖੀ ਹੋ ਹੀ ਨਹੀਂ ਸਕਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹੋ ਕਦੇ। ਪ੍ਰਿਥੀ ਚੰਦ ਦਿਨ ਰਾਤ ਵੈਰ ਰੱਖਦਾ ਹੈ, ਕਲਪਦਾ ਹੀ ਮਰ ਗਿਆ। ਗੁਰੂ ਸਾਹਿਬ ਅੰਦਰ ਵੈਰ ਹੈ ਹੀ ਨਹੀਂ। ਗੁਰੂ ਸਾਹਿਬ ਨੇ ਕਦੇ ਵੈਰ ਵਾਲੀ ਗੱਲ ਕੀਤੀ ਨਹੀਂ। ਗੁਰੂ ਅਰਜਨ ਦੇਵ ਜੀ ਉਹਨੂੰ ਫਿਰ ਵੀ ਪਿਆਰ ਕਰਦੇ ਹੈ। ਪ੍ਰਿਥੀ ਚੰਦ ਕਿੰਨਾ ਹੀ ਵੈਰ ਕਮਾ ਗਿਆ, ਗੁਰੂ ਅਰਜਨ ਦੇਵ ਜੀ ਨੇ ਪਿਆਰ ਵਾਲੀ ਹੱਦ ਕਰ ਦਿੱਤੀ। ਜਿੰਨਾ ਪ੍ਰਿਥੀ ਚੰਦ ਨੇ ਵਿਰੋਧ ਕੀਤਾ ਹੈ ਇੰਨਾ ਤਾਂ ਸਾਡਾ ਕੋਈ ਕਰ ਵੀ ਨਹੀਂ ਸਕਦਾ। ਘਰ ਪਰਿਵਾਰਾਂ ਵਿੱਚ, ਸਮਾਜ ਵਿੱਚ ਜਿੱਥੋਂ ਤੱਕ ਪ੍ਰਿਥੀ ਚੰਦ ਪਹੁੰਚਿਆ ਨਾ ਕੋਈ ਨਹੀਂ ਪਹੁੰਚਦਾ। ਫਿਰ ਵੀ ਮਨੁੱਖ ਵੈਰ ਰੱਖਦਾ ਹੈ। ਗੁਰੂ ਅਰਜਨ ਦੇਵ ਜੀ ਨੇ ਸਿਖਾ ਦਿੱਤਾ, ਇੰਨਾ ਵਿਰੋਧ ਕੋਈ ਕਰੇ, ਇੰਨੀ ਨਫ਼ਰਤ ਕਰੇ, ਇੰਨਾ ਬੁਰਾ ਚਾਹਵੇ, ਇੰਨਾ ਨੀਵਾਂ ਦਿਖਾਉਣਾ ਚਾਹਵੇ, ਤੇਰੇ ਅੰਦਰ ਵੈਰ ਨਹੀਂ ਹੋਣਾ ਚਾਹੀਦਾ। ਪਰਮਾਤਮਾ ਤੇਰਾ ਵਾਲ ਵਿੰਗਾ ਹੋਣ ਨਹੀਂ ਦਿੰਦਾ। ਤੂੰ ਨਿਰਵੈਰ ਹੋ ਕੇ ਰਹਿ, ਪਰਮਾਤਮਾ ਤੇਰੇ ਨਾਲ ਖੜੇਗਾ। ਤੂੰ ਨਿਰਵੈਰ ਹੋ ਕੇ ਰਹਿ, ਉਹ ਤੇਰਾ ਕੱਖ ਨਹੀਂ ਵਿਗਾੜ ਸਕਦਾ। ਪਰ ਦੁੱਖ ਦੀ ਗੱਲ ਹੈ ਸਾਥੋਂ ਅਮਲ ਨਹੀਂ ਹੁੰਦਾ। ਮਾੜੀ ਜੀ ਗੱਲ ਤੇ ਵੈਰ ਰੱਖ ਕੇ ਬਹਿ ਜਾਂਦੇ ਆ, ਮਾੜੀ ਜੀ ਗੱਲ ਤੇ ਸ਼ਬਦਾਵਲੀ ਬਦਲ ਜਾਂਦੀ ਹੈ, ਅਪਸ਼ਬਦ ਹੋ ਜਾਂਦੇ ਹੈ, ਬੋਲ ਕਬੋਲਾਂ ਵਿੱਚ ਬਦਲ ਜਾਂਦੇ ਹੈ। ਜ਼ਰੂਰਤ ਹੈ ਅੰਦਰੋਂ ਵੈਰ ਖਤਮ ਕਰਨ ਦੀ। ਜਿਹੜੇ ਅੰਦਰੋਂ ਵੈਰ ਖਤਮ ਹੋ ਗਏ ਆ, ਬਾਹਰੋਂ ਕੋਈ ਕਿੰਨਾ ਹੀ ਵੈਰ ਰੱਖ ਲਏ ਉਹ ਵੈਰ ਕਮਾਏਗਾ ਨਹੀਂ। ਇੱਥੇ ਤਾਂ ਕਹਿਣਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁੱਸਾ ਵੈਰ ਰੱਖਣਾ ਹੈ। ਗੁਰੂ ਸਾਹਿਬ ਕਹਿੰਦੇ ਕਿਉਂ ਹੰਡਾਉਣਾ ਹੈ ਇਹਨੂੰ, ਜੀਵਨ ਵਿੱਚੋਂ ਕੱਢ, ਨਿਰਵੈਰ ਹੋ ਕੇ ਚੱਲ। ਨਿਰਵੈਰ ਅਕਾਲ ਮੂਰਤ ਪਰਮਾਤਮਾ ਐਸੀ ਹਸਤੀ ਹੈ ਜਿਹੜਾ ਕਾਲ ਤੋਂ ਪਰੇ ਹੈ, ਜਿਹਦੇ ਤੇ ਕਾਲ ਦਾ ਅਸਰ ਨਹੀਂ ਹੈ, ਮੌਤ ਦਾ ਅਸਰ ਨਹੀਂ ਹੈ। ਅਜੂਨੀ ਉਹ ਕਦੇ ਜੂਨਾ ਵਿੱਚ ਨਹੀਂ ਆਉਂਦਾ। ਸਹਿਬਨ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ, ਕਿਸੇ ਨੇ ਪੈਦਾ ਨਹੀਂ ਕੀਤਾ। ਸਹਿਬਨ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹਦੇ ਨਾਲ ਨੇੜਤਾ ਬਣਦੀ ਹੈ, ਉਹਦੇ ਨਾਲ ਮਿਲਾਪ ਹੁੰਦਾ ਹੈ। ਜਿਹੜਾ ਪਰਮਾਤਮਾ ਇੱਕ ਹੈ, ਜਿਹਦਾ ਨਾਮ ਸਦਾ ਤਰ ਰਹਿਣ ਵਾਲਾ ਹੈ, ਜੋ ਸਭ ਕੁਝ ਪੈਦਾ ਕਰਨ ਵਾਲਾ ਹੈ, ਜੋ ਸਰਵ ਵਿਆਪਕ ਹੈ, ਜੋ ਨਿਰਭਉ ਹੈ, ਜੋ ਨਿਰਵੈਰ ਹੈ, ਜੋ ਕਾਲ ਤੋਂ ਪਰੇ ਹੈ। ਐਸੀ ਹਸਤੀ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ, ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਐਸੇ ਪਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਹੈ ਤਰੀਕਾ ਇੱਕੋ ਹੀ ਹੈ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਇਹਦੀ ਪ੍ਰਾਪਤੀ ਹੁੰਦੀ ਹੈ। ਅੱਗੇ ਹਜ਼ੂਰ ਨੇ ਹੁਕਮਨਾਮਾ ਸਾਹਿਬ ਵਿੱਚ ਜੋ ਵਿਆਖਿਆ ਕੀਤੀ, ਜਿਉ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ। ਆਪਣੀ ਜਿੰਦ ਡਰਦੀ ਹੈ, ਅੰਦਰ ਡਰ ਹੈ। ਡਰ ਕੀ ਤੋਂ? ਦੁੱਖਾਂ ਤੋਂ। ਦੁੱਖਾਂ ਤੋਂ ਮਨੁੱਖ ਬੜਾ ਡਰਦਾ ਹੈ, ਬੜਾ ਘਬਰਾਉਂਦਾ ਹੈ। ਇਹ ਪੁਕਾਰ ਕਿਹਦੇ ਅੱਗੇ ਕਰਾਂ, ਕਿਹਦੇ ਅੱਗੇ ਤਰਲੇ ਕਰਾਂ? ਇਹਨਾਂ ਦੁੱਖਾਂ ਤੋਂ ਖੜਾ ਛਡਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਹੋਰ ਕਿਸੇ ਅੱਗੇ ਤਰਲੇ ਕਰਨ ਦੀ ਲੋੜ ਨਹੀਂ ਹੈ। ਦੁੱਖ ਵਿਸਾਰ ਨਸੇਵਿਆ ਸਦਾ ਸਦਾ ਦਾਤਾ, ਜੋ ਸਦਾ ਹੀ ਦਾਤਾ ਦੇਣ ਵਾਲਾ ਜੀਵਾਂ ਨੂੰ, ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਉਹਨੂੰ ਸਿਮਰਿਆ ਕਰ,
ਉਹਨੂੰ ਚੇਤੇ ਕਰ। ਸਾਹਿਬ ਮੇਰਾ ਨੀਤ ਨਮਨ, ਸਦਾ ਸਦਾ ਦਾਤਾਰ ਰਹਾਓ। ਮੇਰਾ ਮਾਲਕ ਤਾਂ ਸਦਾ ਹੀ ਨਵਾਂ ਹੈ। ਉਹ ਜਿਹੜੀ ਵੀ ਦਾਤ ਦਿੰਦਾ ਹੈ ਨਾ, ਜਿਵੇਂ ਪਹਿਲੀ ਵਾਰ ਦੇ ਰਹੇ ਹੈ, ਉਹ ਕਦੇ ਚੇਤੇ ਨਹੀਂ ਰੱਖਦਾ। ਸਾਡੇ ਕੋਲੋਂ ਕੋਈ ਇੱਕ ਦਿਨ ਮੰਗਣ ਆ ਜਾਵੇ, ਕੁਝ ਦੇ ਦਿਆਂਗੇ, ਦੂਜੇ ਦਿਨ ਫੇਰ ਆ ਜਾਏ, ਤੀਜੇ ਦਿਨ ਫੇਰ ਆ ਜਾਏ, ਅਖੀਰ ਨੂੰ ਅਸੀਂ ਅੱਕ ਜਾਵਾਂਗੇ। ਇਹਦਾ ਤਾਂ ਨਿੱਤ ਦਾ ਹੀ ਕੰਮ ਹੈ। ਪਰਮਾਤਮਾ ਕਦੇ ਅੱਕਦਾ ਨਹੀਂ ਹੈ। ਗੁਰੂ ਸਾਹਿਬ ਦੇ ਦਰ ਤੇ ਨਿੱਤ ਅਰਦਾਸਾਂ ਹੁੰਦੀਆਂ ਨੇ, ਜਿਵੇਂ ਪਹਿਲੀ ਵਾਰੀ ਦਾਤ ਦੇ ਰਹੇ ਹੈ। ਇਹ ਗੁਰੂ ਸਾਹਿਬ ਦੀ ਬਖਸ਼ਿਸ਼, ਗੁਰੂ ਸਾਹਿਬ ਦੀ ਰਹਿਮਤ, ਪਰਮਾਤਮਾ ਦੀ ਕਿਰਪਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਹਾਓ। ਅਣਦਿਨ ਸਾਹਿਬ ਸੇਵੀਏ, ਅੰਤ ਛਡਾਏ ਸੋਈ। ਹਰ ਰੋਜ਼ ਪਰਮਾਤਮਾ ਨੂੰ ਸਿਮਰੀਏ, ਜਿਹਨੇ ਅਖੀਰ ਨੂੰ ਛੁਡਾ ਲੈਣਾ ਹੈ। ਛੁਡਾਉਣ ਦਾ ਮਤਲਬ 84 ਦੇ ਚੱਕਰ ਤੋਂ ਛੁਡਾਉਣਾ ਹੈ। ਜਿਹੜਾ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਨੂੰ ਯਾਦ ਕਰਦਾ ਹੈ, ਪਰਮਾਤਮਾ ਉਹਦੇ ਤੇ ਕਿਰਪਾ ਕਰਦਾ ਹੈ, ਉਹਨੂੰ 84 ਦੇ ਚੱਕਰ ਵਿੱਚ ਨਹੀਂ ਪੈਣ ਦਿੰਦਾ, ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਣ ਦਿੰਦਾ, ਆਵਾਗਾਉਣ ਦੇ ਚੱਕਰ ਵਿੱਚ ਨਹੀਂ ਪੈਣ ਦਿੰਦਾ। ਅੰਤ ਛਡਾਏ ਸੋਈ, ਅੰਤ ਨੂੰ ਅਖੀਰ ਨੂੰ ਉਹਨੇ 84 ਤੋਂ ਛਡਾ ਲੈਣਾ ਹੈ। ਸੁਣ ਸੁਣ ਮੇਰੀ ਕਾਮਨੀ, ਪਾਰ ਉਤਾਰਾ ਹੋਏ। ਇਹ ਮੇਰੀ ਜਿੰਦੇ ਸੁਣ, ਉਹਦੇ ਨਾਮ ਦੇ ਨਾਲ ਹੀ ਪਾਰ ਉਤਾਰਾ ਹੋਣਾ ਹੈ। ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ। ਪਾਰ ਉਤਾਰਾ ਹੋਏ, ਅੰਤ ਛਡਾਏ ਸੋਏ। ਅਰਥ ਇੱਕੋ ਹੀ ਹੈ, ਅੰਤ ਨੂੰ ਛਡਾ ਲੈਣਾ, ਪਾਰ ਉਤਾਰਾ ਹੋ ਜਾਣਾ, ਅਰਥ ਇੱਕੋ ਹੀ ਬਣਦਾ ਹੈ। ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਧਰਾਂ, ਅਰਦਾਸ ਕਰਿਆ ਕਰ। ਦਿਆਲੂ ਪ੍ਰਭੂ ਜੀ, ਤੁਹਾਡੇ ਨਾਮ ਦੇ ਦੁਆਰਾ ਹੀ ਤਰਿਆ ਜਾ ਸਕਦਾ ਹੈ, ਤੁਹਾਡੇ ਨਾਮ ਦੁਆਰਾ ਹੀ ਪਾਰ ਉਤਾਰਾ ਹੋ ਸਕਦਾ ਹੈ। ਮਨੁੱਖ ਚਾਹੇ ਮੈਂ ਆਪਣੀ ਅਕਲ ਦੇ ਨਾਲ ਪਾਰ ਹੋ ਜਾਵਾਂਗਾ, ਆਪਣੀ ਬੁੱਧੀ ਨਾਲ ਪਾਰ ਹੋ ਜਾਵਾਂਗਾ, ਇਹਦਾ ਭੁਲੇਖਾ ਹੈ। ਪਰਮਾਤਮਾ ਵਾਲੇ ਪਾਸੇ ਅਕਲ ਪਛਾਣ ਕਰਨੀ ਪੈਂਦੀ ਹੈ, ਪਰਮਾਤਮਾ ਵਾਲੇ ਪਾਸੇ ਬੁੱਧੀ ਪਛਾਣ ਕਰਨੀ ਪੈਂਦੀ ਹੈ। ਉਹਦੇ ਨਾਮ ਦਾ ਆਸਰਾ ਲੈ ਕੇ ਚੱਲਣਾ ਪੈਂਦਾ ਹੈ, ਫੇਰ ਹੀ ਪਾਰ ਉਤਾਰਾ ਹੁੰਦਾ ਹੈ। ਦਇਆਲ ਤੇਰਾ ਨਾਮ ਧਰਾਂ। ਦਿਆਲੂ ਪ੍ਰਭੂ ਜੀ, ਤੁਹਾਡੇ ਨਾਮ ਦੁਆਰਾ ਹੀ ਤਰਿਆ ਜਾ ਸਕਦਾ ਹੈ। ਸਦ ਬਲਿਹਾਰੈ ਜਾਓ ਰਹਾਓ। ਸਦਾ ਹੀ ਤੁਹਾਡੇ ਤੋਂ ਬਲਿਹਾਰ ਜਾਈਏ, ਤੁਹਾਡੇ ਤੋਂ ਕੁਰਬਾਨ ਜਾਈਏ। ਸਿੱਖ ਦਾ ਗੁਰੂ ਸਾਹਿਬ ਤੋਂ ਬਲਿਹਾਰ ਜਾਣਾ ਕੀ ਹੈ? ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਤੋਂ ਬਲਿਹਾਰ ਜਾਂਦੇ ਹੈ। ਬਲਿਹਾਰ ਜਾਣ ਦਾ ਮਤਲਬ ਹੈ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਉਹਨੂੰ ਸੱਤ ਕਰਕੇ ਮੰਨ ਲਿਆ। ਜਿਹਨੇ ਗੁਰੂ ਸਾਹਿਬ ਦਾ ਹੁਕਮ ਮੰਨ ਲਿਆ, ਜਿਹਨੂੰ ਗੁਰੂ ਸਾਹਿਬ ਦੇ ਆਖੇ ਲੱਗਣਾ ਆ ਗਿਆ, ਜਿਹਨੂੰ ਗੁਰੂ ਸਾਹਿਬ ਦਾ ਵਚਨ ਕਮਾਉਣਾ ਆ ਗਿਆ, ਸਮਝੋ ਉਹ ਗੁਰੂ ਸਾਹਿਬ ਤੋਂ ਬਲਿਹਾਰ ਹੋ ਗਿਆ। ਉਹਦਾ ਕੁਰਬਾਨ ਹੋਣਾ ਮੁਬਾਰਕ। ਸਦ ਕੁਰਬਾਨੈ ਜਾਉ ਰਹਾਓ। ਅੱਗੇ ਗੁਰੂ ਸਾਹਿਬ ਨੇ ਜੋ ਗੱਲ ਕੀਤੀ, ਇਹ ਪਰਮਾਤਮਾ ਨੇ ਜੋ ਸ੍ਰਿਸ਼ਟੀ ਬਣਾਈ ਹੈ, ਜੋ ਸੰਸਾਰ ਬਣਾਇਆ ਹੈ, ਸਰਬੰ ਸਾਚਾ ਏਕ ਹੈ। ਇਸ ਸੰਸਾਰ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਸਦਾ ਤਰ ਰਹਿਣ ਵਾਲਾ ਉਹ ਇੱਕੋ ਹੀ ਹੈ, ਦੂਜਾ ਨਾ ਹੀ ਕੋਈ। ਉਹਦੇ ਬਰਾਬਰ ਦਾ, ਉਹਦੇ ਵਰਗੀ ਹਸਤੀ ਵਾਲਾ, ਉਹਦੇ ਵਰਗੀ ਪਹੁੰਚ ਵਾਲਾ ਦੂਜਾ ਨਾ ਹੀ ਕੋਈ। ਦੂਸਰਾ ਕੋਈ ਹੈ ਹੀ ਨਹੀਂ। ਤਾਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਉਹਦੀ ਸੇਵਾ ਉਹੀ ਕਰਦਾ ਹੈ ਜਿਹਦੇ ਤੇ ਉਹ ਨਦਰ ਕਰਦਾ ਹੈ, ਮਿਹਰ ਕਰਦਾ ਹੈ। ਜਿੱਥੇ ਨਦਰ ਦੀ ਗੱਲ ਆਉਂਦੀ ਹੈ, ਮਿਹਰ ਦੀ ਗੱਲ ਆਉਂਦੀ ਹੈ, ਚਾਹੁੰਦਾ ਤਾਂ ਹਰ ਕੋਈ ਹੈ ਮੇਰੇ ਤੇ ਨਦਰ ਹੋਵੇ, ਮੇਰੇ ਤੇ ਮਿਹਰ ਹੋਵੇ। ਜੋ ਗੁਰਬਾਣੀ ਨੇ ਫੈਸਲਾ ਦਿੱਤਾ ਹੈ ਨਾ, ਪਰਮਾਤਮਾ ਦੀ ਬਖਸ਼ਿਸ਼ ਤਾਂ ਸਾਰਿਆਂ ਤੇ ਹੀ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਹੈ ਤਾਂ ਸਾਰਿਆਂ ਤੇ, ਸੰਗਣੀ ਕਿਤੇ ਹੋ ਜਾਂਦੀ ਹੈ, ਜ਼ਿਆਦਾ ਨਦਰ ਕਿਤੇ ਹੋ ਜਾਂਦੀ ਹੈ। ਇਤਿਹਾਸ ਸਾਡੇ ਸਾਹਮਣੇ ਹੈ। ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸਾਰਿਆਂ ਵਾਸਤੇ ਇੱਕੋ ਹੀ ਹੈ। ਪਰ ਭਾਈ ਲਹਿਣਾ ਵੱਖਰੀ ਬਖਸ਼ਿਸ਼ ਕਿਉਂ ਲੈ ਗਏ? ਭਾਈ ਲਹਿਣਾ ਵੱਖਰੀ ਕਿਰਪਾ ਕਿਉਂ ਲੈ ਗਏ? ਭਾਈ ਲਹਿਣਾ ਗੁਰੂ ਨਾਨਕ ਦੇ ਸਭ ਤੋਂ ਪਿਆਰੇ ਕਿਉਂ ਬਣ ਗਏ? ਭਾਈ ਲਹਿਣਾ ਗੁਰੂ ਨਾਨਕ ਦੇ ਪੁੱਤਰਾਂ ਤੋਂ ਵੀ ਗੁਰੂ ਨਾਨਕ ਨੂੰ ਪਿਆਰੇ ਕਿਉਂ ਲੱਗ ਗਏ? ਉਹਨਾਂ ਨੇ ਗੁਰੂ ਸਾਹਿਬ ਦੇ ਆਖੇ ਲੱਗਣਾ ਸਿੱਖ ਲਿਆ। ਨਦਰ ਦਾ ਪਾਤਰ ਉਹੀ ਬਣਦਾ ਹੈ ਜਿਹਨੂੰ ਗੁਰੂ ਸਾਹਿਬ ਦਾ ਬਚਨ ਮੰਨਣਾ ਆ ਗਿਆ,
ਜਿਹਨੂੰ ਗੁਰੂ ਸਾਹਿਬ ਦੇ ਆਖੇ ਲੱਗਣਾ ਆ ਗਿਆ, ਉੱਥੇ ਨਦਰ ਸੰਘਣੀ ਹੋ ਜਾਣੀ ਹੈ, ਉੱਥੇ ਨਦਰ ਬਹੁਤ ਜ਼ਿਆਦਾ ਹੋ ਜਾਣੀ ਹੈ। ਨਦਰ ਤਾਂ ਸਾਰੇ ਲੈਣਾ ਚਾਹੁੰਦੇ ਹੈ, ਪਰ ਆਪਣੀ ਮਨਮਰਜ਼ੀ ਕੌਣ ਛੱਡਦਾ ਹੈ? ਜਿੰਨਾ ਚਿਰ ਮਨੁੱਖ ਮਨਮਰਜ਼ੀ ਨਹੀਂ ਨਾ ਛੱਡਦਾ। ਇਤਿਹਾਸ ਸਾਡੇ ਸਾਹਮਣੇ ਹੈ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਨਦਰ ਦੇ ਪਾਤਰ ਬਣੇ। ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਨਦਰ ਦੇ ਪਾਤਰ ਬਣੇ। ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੀ ਨਦਰ ਦੇ ਪਾਤਰ ਬਣੇ ਕਿਵੇਂ? ਤੁਹਾਡੇ ਸਾਹਮਣੇ ਹੈ। ਜਿਹਨੇ ਗੁਰੂ ਦਾ ਬਚਨ ਸਤ ਕਰਕੇ ਮੰਨ ਲਿਆ, ਉੱਥੇ ਨਦਰ ਵਧੇਗੀ, ਉੱਥੇ ਕਿਰਪਾ ਵਧੇਗੀ। ਮਨੁੱਖ ਚਾਹੁੰਦਾ ਤਾਂ ਹੈ ਮੇਰੇ ਤੇ ਕਿਰਪਾ ਹੋਵੇ, ਤਰੀਕਾ ਵੀ ਤਾਂ ਕੋਈ ਹੋਣਾ ਚਾਹੀਦਾ ਨਾ। ਕੁਝ ਨਾ ਕੁਝ ਉਦਮ ਆਪ ਨੂੰ ਵੀ ਤਾਂ ਕਰਨਾ ਪੈਣਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗਿਆ ਹੋਏ ਲਿਖਤ ਹੈ। ਇੱਕ ਕਦਮ ਕਿਹੜਾ ਚੱਕਣਾ ਹੈ? ਇੱਕ ਕਦਮ ਇਹ ਚੱਕ ਕੇ ਫੈਸਲਾ ਲੈ ਲੈ, ਜੋ ਗੁਰੂ ਸਾਹਿਬ ਨੇ ਕਿਹਾ ਮੈਂ ਉਹਨੂੰ ਸਤ ਕਰਕੇ ਮੰਨਣਾ, ਬਸ ਇੰਨਾ ਹੀ ਫੈਸਲਾ ਬਹੁਤ ਹੈ। ਅੱਗੇ ਫਿਰ ਉਹ ਜਾਣੇ, ਅੱਗੇ ਉਹਦੀ ਕਿਰਪਾ ਉਹਦੀ ਬਖਸ਼ਿਸ਼ ਜੋ ਹੋਣੀ ਹੈ ਤੂੰ ਸੋਚ ਵੀ ਨਹੀਂ ਸਕਦਾ। ਨਦਰ ਤਾਂ ਉਹਦੀ ਹੈ, ਸਾਡੇ ਵਿੱਚ ਦੇਰੀ ਹੈ। ਸੰਸਾਰ ਵਿੱਚ ਸ਼ਬਦ ਵਰਤਿਆ ਜਾਂਦਾ ਹੈ, ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਬੜੇ ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਦੇਰ ਤਾਂ ਹੈ ਪਰ ਅੰਧੇਰ ਨਹੀਂ। ਪਰਮਾਤਮਾ ਦੇ ਘਰ ਤਾਂ ਦੇਰੀ ਵੀ ਨਹੀਂ, ਉਹ ਤਾਂ ਦੇਰ ਵੀ ਨਹੀਂ ਕਰਦਾ। ਸਾਡਾ ਭੁਲੇਖਾ ਹੈ, ਦੇਰੀ ਤਾਂ ਸਾਡੇ ਵਿੱਚ ਹੈ, ਉਹਦੇ ਵਿੱਚ ਕਿੱਥੇ ਦੇਰੀ ਹੈ? ਉਹ ਤਾਂ ਤਲੀ ਤੇ ਤਲੀ ਬੈਠਾ ਹੈ। ਠਾਕੁਰ ਕਰ ਤਲ ਧਰਿਆ। ਮਨੁੱਖਾ ਤੇਰੀ ਹਿੰਮਤ ਵਿੱਚ ਦੇਰੀ ਹੈ, ਸਾਡੀ ਸੋਚਣੀ ਵਿੱਚ ਦੇਰੀ ਹੈ, ਸਾਡੇ ਤੁਰਨ ਵਿੱਚ ਦੇਰੀ ਹੈ, ਸਾਡੇ ਬਚਨ ਕਮਾਉਣ ਵਿੱਚ ਦੇਰੀ ਹੈ। ਉਹਦੇ ਘਰ ਅੰਧੇਰ ਤਾਂ ਦੂਰ ਦੀ ਗੱਲ, ਦੇਰ ਵੀ ਨਹੀਂ। ਇਹ ਨਹੀਂ ਕਹਿਣਾ ਚਾਹੀਦਾ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਇਹ ਕਹਿਣਾ ਚਾਹੀਦਾ ਸਾਡੇ ਵਿੱਚ ਦੇਰੀ ਹੈ। ਉਹ ਤਾਂ ਬਖਸ਼ਿਸ਼ ਕਰਨ ਵਾਸਤੇ ਤਿਆਰ ਹੈ, ਉਹ ਤਾਂ ਤਲੀ ਤੇ ਤਲੀ ਬੈਠਾ ਦਾਤਾ। ਸਾਡੇ ਵਿੱਚ ਚੁੱਕਣ ਦੀ ਹਿੰਮਤ ਨਹੀਂ ਹੈ, ਅਸੀਂ ਪਹੁੰਚ ਨਹੀਂ ਬਣਾ ਸਕੇ, ਅਸੀਂ ਉੱਥੋਂ ਤੱਕ ਸੋਚਿਆ ਵੀ ਨਹੀਂ, ਕਦੇ ਉਸ ਪਾਸੇ ਤੁਰ ਨਹੀਂ ਸਕੇ। ਦੇਰੀ ਤਾਂ ਅਸੀਂ ਕਰ ਰਹੇ ਹਾਂ ਨਾ, ਉਹਦੇ ਵਿੱਚ ਕੋਈ ਦੇਰੀ ਵੀ ਨਹੀਂ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਜਾ ਕੋ ਨਦਰ ਕਰੇ, ਜਿਹਦੇ ਤੇ ਨਦਰ ਕਰਦਾ। ਨਦਰ ਉਸੇ ਤੇ ਹੁੰਦੀ ਹੈ ਜਿਹਨੂੰ ਬਚਨ ਕਮਾਉਣਾ ਆ ਗਿਆ, ਆਖੇ ਲੱਗਣਾ ਆ ਗਿਆ। ਫਿਰ ਉਹ ਤਾਂ ਇੱਕੋ ਹੀ ਗੱਲ ਕਹਿੰਦਾ ਤਦ ਬਾਜ ਪਿਆਰੇ ਕੇਵ ਰਹਾ। ਜਿਹਨੇ ਬਚਨ ਕਮਾ ਲਿਆ ਨਾ, ਪਰਮਾਤਮਾ ਜੀ ਪਿਆਰੇ ਜੀ ਤੁਹਾਡੇ ਤੋਂ ਬਿਨਾਂ ਕਿਵੇਂ ਰਹਿ ਸਕਦਾ? ਮਤਲਬ ਨਹੀਂ ਰਹਿ ਸਕਦਾ। ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਐਸਾ ਮਾਣ ਬਖਸ਼ੋ, ਐਸੀ ਵਡਿਆਈ ਦਿਓ ਜਿਹਦੇ ਦੁਆਰਾ ਤੁਹਾਡੇ ਨਾਮ ਨਾਲ ਜੁੜਿਆ ਰਵਾਂ, ਜੀਵਨ ਤੁਹਾਡੇ ਨਾਮ ਦੇ ਲੇਖੇ ਲੱਗ ਜੇ। ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਦੂਸਰਾ ਤਾਂ ਕੋਈ ਹੈ ਹੀ ਨਹੀਂ ਜਿਹਦੇ ਅੱਗੇ ਬੇਨਤੀ ਕਰਾਂ, ਫਰਿਆਦ ਕਰਾਂ, ਜੋਦਰੀ ਕਰਾਂ, ਤਰਲੇ ਲਵਾਂ। ਤੁਸੀਂ ਹੀ ਹੋ ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋ ਕੋਈ। ਇਹ ਹੋਕਾ ਦੇਵੇਗਾ, ਇਸ ਮਨੁੱਖ ਦੀ ਸ਼ਬਦਾਵਲੀ ਹੋਏਗੀ, ਸਾਰਿਆਂ ਨੂੰ ਇੱਕੋ ਹੀ ਗੱਲ ਕਹੇਗਾ ਆਪਣੇ ਮਾਲਕ ਨੂੰ ਸਿਮਰਨਾ ਚਾਹੀਦਾ, ਹੋਰ ਕਿਸੇ ਦੇ ਅੱਗੇ ਝਾਕ ਨਹੀਂ ਰੱਖਣੀ ਚਾਹੀਦੀ। ਅਵਰ ਨਾ ਜਾਚੋ ਕੋਈ, ਹੋਰ ਕਿਸੇ ਤੋਂ ਕੁਝ ਨਹੀਂ ਮੰਗਣਾ ਚਾਹੀਦਾ। ਨਾਨਕ ਦਾ ਦਾਸ ਹੈ ਬਿੰਦ ਬਿੰਦ ਚੁੱਪ ਚੁੱਪ ਹੋਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਣ। ਗੁਰੂ ਸਾਹਿਬ ਕਹਿੰਦੇ ਅਸੀਂ ਉਹਦੇ ਦਾਸ ਹਾਂ, ਬਿੰਦ ਬਿੰਦ ਪਲ ਪਲ ਉਹਦੇ ਤੋਂ ਕੁਰਬਾਨ ਹੁੰਨੇ ਆ। ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਪ ਚੁੱਪ ਹੋਏ। ਮਾਲਕ ਜੀ ਤੁਹਾਡੇ ਨਾਮ ਤੋਂ ਅਸੀਂ ਪਲ ਪਲ ਕਰਕੇ ਕੁਰਬਾਨ ਹੋ ਰਹੇ ਹਾਂ। ਰਹਾਓ ਸੋ ਗੁਰੂ ਸਾਹਿਬ ਕਿਰਪਾ ਕਰਨ। ਹਜ਼ੂਰ ਨੇ ਅੱਜ ਦੀ ਜੋ ਗੁਰੂ ਸ਼ਬਦ ਵਿਚਾਰ ਬਖਸ਼ੀ ਹੈ, ਸਾਡੇ ਵੀ ਜੀਵਨ ਦੇ ਵਿੱਚ ਵਸ ਜਾਵੇ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਨਾ ਹੈ। ਗੁਰੂ ਸਾਹਿਬ ਦਾ ਬਚਨ ਕਮਾ ਕੇ ਬਣਿਆ ਜਾਏਗਾ। ਜਿਵੇਂ ਜਿਵੇਂ ਗੁਰੂ ਸਾਹਿਬ ਦਾ ਬਚਨ ਕਮਾਉਣਾ ਆ ਗਿਆ, ਗੁਰੂ ਸਾਹਿਬ ਦੇ ਆਗੇ ਲੱਗਣਾ ਆ ਗਿਆ, ਉਵੇਂ ਉਵੇਂ ਨਦਰ ਵੱਧਦੀ ਜਾਣੀ ਹੈ, ਕਿਰਪਾ ਵੱਧਦੀ ਜਾਣੀ ਹੈ। ਕਦੇ ਅਸੀਂ ਵੀ ਗੁਰੂ ਅੰਗਦ ਦੇਵ ਜੀ ਦੀ ਤਰ੍ਹਾਂ, ਭਾਈ ਲਹਿਣੀ ਦੀ ਤਰ੍ਹਾਂ ਗੁਰੂ ਨਾਨਕ ਦੇ ਬਚਨ ਨੂੰ ਸਤ ਕਰਕੇ ਮੰਨਣਾ ਸਿੱਖ ਲਈਏ, ਤਾਂ ਕਿ ਸਾਡੇ ਵੀ ਲੋਕ ਸੁਖੀਏ ਪਰ ਦੁੱਖ ਸਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। ਇੰਨੀਆਂ ਕੋ ਵਿਚਾਰਾਂ ਕਰਦਾ ਹੋਇਆ ਦਾਸ ਗੁਰਮਤਿ ਜਾਚਕ ਹੈ। ਵਿਚਾਰਾਂ ਕਰਦੇ ਆ ਹੋਈਆਂ ਭੁੱਲਾਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ।
ਧੰਨਵਾਦ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ਾਂ ਦਾ। ਆਪ ਸਾਰੀਆਂ ਸੰਗਤਾਂ ਦਾ ਹੋਈਆਂ ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ 2 ਵਾਰ ਦੁਹਰਾ ਕੇ ਗੁਰਫਤਿਹ ਨਾਲ ਸਾਂਝ ਕਰਕੇ ਅਸੀਂ ਗੁਰੂ ਸਾਹਿਬਾਨਾਂ ਦਾ ਨਾਮ ਵੀ ਜਪਣਾ ਹੈ। ਸੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਈ, ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਈ। ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਈ। ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਈ, ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਈ। ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਿ ਰਾਇ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਪੰਥ ਖਾਲਸਾ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਭਾਈ ਕਨ੍ਹਈਆ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਬਾਬਾ ਜਗਤਾ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸਾਧ ਸੰਗਤ ਜੀ, ਧੰਨ ਹੈ। ਕੋਈ ਆਪਣਾ ਲਿਖਿਆ ਆਓ ਬਹੁਤ ਸਤਿਕਾਰ ਤੋਂ ਬੱਚੇ ਪਾਸੋਂ
पावन बाणी आसा की वार का कीर्तन श्रवण करिए। करो गुरु फतेह जी साहब। वाहिगुरू जी का खालसा वाहिगुरू जी की